ਸਰ ਇਹ ਜੀ ਟੋਲ ਪਲਾਜ਼ੇ ਤੇ ਨਾ ਝਗੜੇ ਹੁੰਦੇ ਆ ਕਈ ਵਾਰੀ ਯੂਜ਼ਰ ਵੀ ਬਦਤਮੀਜ਼ੀ ਕਰਦਾ ਹੈ ਯੂਜ਼ਰ ਜ਼ਿਆਦਾ ਬਦਤਮੀਜ਼ੀ ਕਰਦਾ ਸਾਡੇ ਨਾਲ ਲੰਬੀ ਲਾਈਨ ਲੱਗ ਜਾਂਦੀ ਹੈ ਤੇ ਸਾਡੇ ਨਾਲ ਯੂਜ਼ਰ ਬਦਤਮੀਜ਼ੀ ਕਰਦਾ ਹੈ। किस तरीके नाल गड्डी आती है टोल कटाती है सारा असी प्रोसीजर भी जरूर अपने दर्शकों को समझाने की कोशिश करांगे। सर ऐ जिवें ਹੁਣ ਆਪਣੀ ਇਹ ਗੱਡੀ ਆ ਗਈ ਇਹਦਾ ਫਾਸਟੈਗ ਹੋ ਗਿਆ ਫਾਸਟੈਗ ਹੋ ਕੇ ਬੂਮ ਅਪ ਹੋ ਜਾਊਗਾ ਉਸ ਤੋਂ ਬਾਅਦ ਡਾਊਨ ਹੋ ਜਾਊਗਾ फास्टैग च ना होवे या फिर ब्लैक लिस्टेड हो। ਹਾਂਜੀ ਹਾਂਜੀ ਉਹੀ ਹੈ ਸਰ ਬੈਲੈਂਸ ਨਾ ਹੋਵੇ ਫਿਰ 80 ਰੁਪਏ ਹੁੰਦੇ ਆ ਜੀ ਬਲੈਕ ਲਿਸਟ ਵੀ 80 ਰੁਪਏ ਹੁੰਦੇ ਆ ਜੀ ਫਾਸਟੈਗ ਦੇ 40 ਰੁਪਏ ਹੁੰਦੇ ਆ। पंजाब ਦੇ ਮੁੱਖ ਮੰਤਰੀ ਵੱਲੋਂ ਬੰਦ ਕਰਵਾਏ ਜਾ ਰਹੇ ਨੇ ਟੋਲ ਪਲਾਜ਼ਾ ਪਰ ਇਹਨਾਂ ਟੋਲ ਪਲਾਜ਼ਿਆਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਇਹਨਾਂ ਟੋਲ ਪਲਾਜ਼ਿਆਂ ਦੇ ਉੱਤੇ ਪੈਸੇ ਵਸੂਲੇ ਜਾਂਦੇ ਨੇ ਤੇ ਵੱਡਾ ਸਵਾਲ ਜੋ ਕਿ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਟੋਲ ਪਲਾਜ਼ਾ ਦੇ ਵਿੱਚ ਜਿੰਨਾ ਵੀ ਪੈਸਾ ਵਸੂਲ ਕੀਤਾ ਜਾਂਦਾ ਹੈ ਉਹ ਕਿੱਥੇ ਖਰਚ ਹੁੰਦਾ ਹੈ ਤੇ ਕਿਉਂ ਵਸੂਲਿਆ ਜਾਂਦਾ ਹੈ। ਇਹ ਸਭ ਚੀਜ਼ਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਹਾਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਸੈਸ ਚੱਲਦਾ। ਜਿਸ ਟੋਲ ਪਲਾਜ਼ਾ ਤੇ ਇਸ ਵਕਤ ਅਸੀਂ ਮੌਜੂਦ ਹਾਂ ਇਹ ਟੋਲ ਪਲਾਜ਼ਾ NHAI ਵੱਲੋਂ ਮੇਨਟੇਨ ਕੀਤਾ ਜਾਂਦਾ ਯਾਨੀ ਕਿ ਨੈਸ਼ਨਲ ਹਾਈਵੇ ਦੀ ਜਿਹੜੀ ਅਥਾਰਟੀ ਹੈ ਉਹਨਾਂ ਵੱਲੋਂ ਮੇਨਟੇਨ ਕੀਤਾ ਜਾਂਦਾ। ਹਾਲਾਂਕਿ ਜਿਹੜੇ ਟੋਲ ਪਲਾਜ਼ਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦ ਕਰਾਏ ਗਏ ਸਨ ਉਹ ਸਟੇਟ ਟੋਲ ਪਲਾਜ਼ਾ ਸਨ ਪਰ ਕਿਸ ਤਰੀਕੇ ਦੇ ਨਾਲ ਟੋਲ ਪਲਾਜ਼ਾ ਦੀ ਵਰਕਿੰਗ ਹੁੰਦੀ ਹੈ ਉਹ ਅਸੀਂ ਜ਼ਰੂਰ ਅੱਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਾਣੂ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਅਕਸਰ ਇਹ ਸਵਾਲ ਉੱਠਦਾ ਹੈ ਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਟੋਲ ਪਲਾਜ਼ਾ ਦੇ ਉੱਤੇ ਡਬਲ ਟੈਕਸ ਯਾਨੀ ਕਿ ਡਬਲ ਟੋਲ ਜਿਹੜਾ ਹੈ ਉਹ ਵਸੂਲ ਕੀਤਾ ਜਾਂਦਾ ਉਸ ਦੇ ਕੀ ਕਾਰਨ ਹੋਣਗੇ ਕਿੰਨੇ ਸਮੇਂ ਦੇ ਵਿੱਚ ਜਦੋਂ ਤੁਹਾਡੀ ਗੱਡੀ ਇੱਥੇ ਆ ਕੇ ਖੜ ਜਾਂਦੀ ਹੈ ਤੇ ਕਿੰਨੇ ਸਮੇਂ ਦੇ ਵਿੱਚ ਗੱਡੀ ਤੁਸੀਂ ਪਾਰ ਕੱਢਣੀ ਹੁੰਦੀ ਹੈ ਤੇ ਜੇਕਰ ਨਾ ਪਾਰ ਹੋਵੇ ਤਾਂ ਗੱਡੀ ਐਗਜ਼ੈਂਪਟ ਹੋ ਜਾਂਦੀ ਹੈ। ਇਹ ਸਾਰੀ ਜਾਣਕਾਰੀ ਅੱਜ ਅਸੀਂ ਤੁਹਾਨੂੰ ਇਸ ਟੋਲ ਪਲਾਜ਼ਾ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਦੇਣ ਦੀ ਕੋਸ਼ਿਸ਼ ਕਰਾਂਗੇ। ਤਸਵੀਰਾਂ ਅਸੀਂ ਇਸ ਵੇਲੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜ਼ੀਰਕਪੁਰ ਪਟਿਆਲਾ ਰੋਡ ਤੇ ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ ਦੀਆਂ। ਇਸ ਟੋਲ ਪਲਾਜ਼ੇ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਟੋਲ ਪਲਾਜ਼ਾ ਜਿਹੜਾ ਕੰਮ ਕਰਦਾ ਕਿਸ ਤਰੀਕੇ ਦੇ ਨਾਲ ਜੇਕਰ ਕੋਈ ਇਨਸਾਨ ਇਸ ਟੋਲ ਪਲਾਜ਼ਾ ਤੇ ਪਹੁੰਚਦਾ ਕਿਸ ਤਰੀਕੇ ਨਾਲ ਪੈਸੇ ਕੱਟੇ ਜਾਂਦੇ ਜੇਕਰ ਫਾਸਟੈਗ ਨਹੀਂ ਹੈਗਾ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਹਿ ਸਕਦੇ ਹਾਂ ਕਿ ਜਿਹੜਾ ਟੋਲ ਵਸੂਲਿਆ ਜਾਂਦਾ ਟੋਲ ਜਿਹੜਾ ਇਕੱਠਾ ਹੁੰਦਾ ਜੋ ਪੈਸਾ ਟੋਲ ਦਾ ਆਂਦਾ ਉਹ ਕਿਸ ਥਾਂ ਤੇ ਲੱਗਦਾ ਕਿਵੇਂ ਲੱਗਦਾ ਇਹ ਸਭ ਚੀਜ਼ਾਂ ਦੀ ਜਾਣਕਾਰੀ ਅਸੀਂ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਤੁਹਾਨੂੰ ਤਸਵੀਰਾਂ ਉਸ ਟੋਲ ਪਲਾਜ਼ਾ ਦੀਆਂ ਦਿਖਾ ਦਿੰਦੇ ਹਾਂ। ਅਜ਼ੀਜ਼ਪੁਰ ਟੋਲ ਪਲਾਜ਼ਾ ਜ਼ੀਰਕਪੁਰ ਪਟਿਆਲਾ ਹਾਈਵੇ ਦੇ ਉੱਤੇ ਟੋਲ ਪਲਾਜ਼ਾ ਮੌਜੂਦ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਗੱਡੀ ਜਿਹੜੀ ਹੈ ਉਹ ਇੱਥੇ ਪਹੁੰਚਦੀ ਹੈ ਟੋਲ ਪਲਾਜ਼ਾ ਤੇ ਆਉਂਦੀ ਹੈ ਜੇਕਰ ਉਸ ਗੱਡੀ ਦੇ ਫਾਸਟੈਗ ਲੱਗਾ ਹੋਇਆ ਤਾਂ ਆਪਣੇ ਆਪ ਜਿਹੜਾ ਹੈ ਉਹ ਬੂਮ ਬੈਰੀਅਰ ਜਿਹੜਾ ਲੱਗਾ ਹੁੰਦਾ ਸਾਹਮਣੇ ਉਹ ਬੂਮ ਬੈਰੀਅਰ ਜਿਹੜਾ ਹੈ ਉਹ ਖੁੱਲ ਜਾਂਦਾ ਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਫਾਸਟੈਗ ਤੋਂ ਪੈਸੇ ਕੱਟੇ ਜਾਂਦੇ ਨੇ ਤਾਂ ਬੂਮ ਬੈਰੀਅਰ ਆਪਣੇ ਆਪ ਖੁੱਲ ਜਾਂਦਾ। ਇਸ ਬਾਬਤ ਗੱਲ ਕਰਨ ਦੇ ਲਈ ਸਾਡੇ ਨਾਲ ਇਸ ਟੋਲ ਪਲਾਜ਼ਾ ਦੇ ਸੁਪਰਵਾਈਜ਼ਰ ਯਾਦਵਿੰਦਰ ਸਿੰਘ ਮੌਜੂਦ ਨੇ। ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇਹ ਸਾਰਾ ਪ੍ਰੋਸੈਸ ਜਿਹੜਾ ਚੱਲਦਾ। ਸੋ ਯਾਦਵਿੰਦਰ ਜੀ ਕਿੱਦਾਂ ਦੇਖੀਏ ਖਾਸ ਕਰਕੇ ਜੇਕਰ ਗੱਲ ਕਰੀਏ ਤਾਂ ਟੋਲ ਪਲਾਜ਼ਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸ਼ਬਦ ਬਣ ਜਾਂਦਾ ਖਾਸ ਕਰਕੇ ਕਈ ਵਾਰੀ ਕੁਝ ਝਗੜੇ ਵੀ ਵੇਖੇ ਜਾਂਦੇ ਆ ਟੋਲ ਪਲਾਜ਼ੇ ਦੇ ਉੱਤੇ ਅਕਸਰ ਕਿਹਾ ਜਾਂਦਾ ਹੈ ਇੰਪਲੋਈਜ਼ ਦੇ ਵੀ ਇਲਜ਼ਾਮ ਲੱਗਦੇ ਨੇ ਆਮ ਲੋਕਾਂ ਦੇ ਵੀ ਇਲਜ਼ਾਮ ਲੱਗਦੇ ਨੇ ਪਰ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਅਸਲ ਦੇ ਵਿੱਚ ਟੋਲ ਪਲਾਜ਼ਾ ਕੰਮ ਕਿਵੇਂ ਕਰਦਾ। ਸਰ ਇਹ ਜੀ ਟੋਲ ਪਲਾਜ਼ੇ ਤੇ ਨਾ ਝਗੜੇ ਹੁੰਦੇ ਆ ਕਈ ਵਾਰੀ ਯੂਜ਼ਰ ਵੀ ਬਦਤਮੀਜ਼ੀ ਕਰਦਾ ਹੈ ਯੂਜ਼ਰ ਜ਼ਿਆਦਾ ਬਦਤਮੀਜ਼ੀ ਕਰਦਾ ਸਾਡੇ ਨਾਲ ਕਿਉਂ ਕਈ ਵਾਰ ਸਰਵੇ ਦੀ ਪ੍ਰੋਬਲਮ ਆ ਜਾਂਦੀ ਹੈ ਇੱਥੇ ਤੇ ਉਹ ਲੰਬੀ ਲਾਈਨ ਲੱਗ ਜਾਂਦੀ ਹੈ ਤੇ ਸਾਡੇ ਨਾਲ ਯੂਜ਼ਰ ਬਦਤਮੀਜ਼ੀ ਕਰਦਾ ਹੈ। ਲੜਾਈ ਝਗੜੇ ਟੋਲ ਪਲਾਜ਼ੇ ਦੇ ਤਾਂ ਹੀ ਕਰਕੇ ਹੁੰਦੇ ਆ ਵੀ ਇਹ ਸਰਵੇ ਲੋਕ ਕਈ ਵਾਰ ਹੋ ਜਾਂਦਾ ਸਾਡੇ ਇੱਥੇ। ਪਰ ਫਿਰ ਅਸਲ 'ਚ ਦੇਖਿਆ ਜਾਵੇ ਟੋਲ ਪਲਾਜ਼ਾ ਜਿਹੜਾ ਹੁੰਦਾ ਉਹ ਕੰਮ ਕਿੱਦਾਂ ਕਰਦਾ ਕਿਸ ਤਰੀਕੇ ਨਾਲ ਗੱਡੀ ਆਉਂਦੀ ਹੈ ਟੋਲ ਕਟਾਉਂਦੀ ਹੈ ਸਾਰਾ ਅਸੀਂ ਪ੍ਰੋਸੀਜਰ ਵੀ ਜ਼ਰੂਰ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਸਰ ਐ ਜਿਵੇਂ ਹੁਣ ਆਪਣੀ ਇਹ ਗੱਡੀ ਆ ਗਈ ਇਹਦਾ ਫਾਸਟੈਗ ਹੋ ਗਿਆ ਫਾਸਟੈਗ ਹੋ ਕੇ ਬੂਮ ਅਪ ਹੋ ਜਾਊਗਾ ਉਸ ਤੋਂ ਬਾਅਦ ਡਾਊਨ ਹੋ ਜਾਊਗਾ ਜਿਸ ਕੋਲ ਬੈਲੈਂਸ ਨਹੀਂ ਹੁੰਦਾ ਲੋ ਆਉਂਦਾ ਫਿਰ ਉਹਦਾ ਬੈਲੈਂਸ ਚੈੱਕ ਕਰਕੇ ਉਹ ਤੋਂ ਜਾਂ ਤਾਂ ਉਹ ਆਪਣਾ ਫਾਸਟੈਗ ਰਿਚਾਰਜ ਕਰਦਾ ਹੈ ਜਾਂ ਫਿਰ ਉਧਰੋਂ ਉਹਨੂੰ ਜਿਵੇਂ ਫਾਸਟੈਗ 40 ਰੁਪਏ ਦੀ ਪਰਚੀ ਹੈ ਫਾਸਟੈਗ 'ਚ ਵੈਸੇ ਉਹ ਤਾਂ ਫਿਰ ਡਬਲ ਪੈਨਲਟੀ ਲਈ ਜਾਂਦੀ ਹੈ 80 ਰੁਪਏ ਉਹ ਤੋਂ ਕੋਲ 80 ਰੁਪਏ ਲੈ ਜਾਂਦੇ ਆ ਫਿਰ ਜੀ।
ਜੇਕਰ ਬੈਲੈਂਸ ਫਾਸਟੈਗ 'ਚ ਨਾ ਹੋਵੇ ਜਾਂ ਫਿਰ ਬਲੈਕ ਲਿਸਟਡ ਹੋਵੇ। ਹਾਂਜੀ ਹਾਂਜੀ, ਉਹੀ ਹੈ ਸਰ, ਬੈਲੈਂਸ ਨਾ ਹੋਵੇ ਫਿਰ 80 ਰੁਪਏ ਹੁੰਦੇ ਆ ਜੀ, ਬਲੈਕ ਲਿਸਟ ਵੀ 80 ਰੁਪਏ ਹੁੰਦੇ ਆ ਜੀ, ਫਾਸਟੈਗ 'ਚ 40 ਰੁਪਏ ਹੁੰਦੇ ਆ ਜੀ। ਤੇ ਜੇਕਰ ਕਿਸੇ ਕੋਲ ਫਾਸਟੈਗ ਨਹੀਂ ਹੈਗਾ, ਇਹ ਤਾਂ ਤੁਸੀਂ ਦੱਸਿਆ ਕਿ ਘੱਟ ਬੈਲੈਂਸ ਜਾਂ ਫਿਰ ਬਲੈਕ ਲਿਸਟ ਹੈ, ਪਰ ਜਿਹਦੇ ਕੋਲ ਫਾਸਟੈਗ ਹੈ ਹੀ ਨਹੀਂ, ਉਹਨਾਂ ਲਈ ਕੀ ਰੂਲ ਅਪਲਾਈ ਹੁੰਦਾ? ਉਹਨਾਂ ਲਈ ਸਰ ਪਲੰਟੀ 80 ਰੁਪਏ, 80 ਰੁਪਏ ਸਲਿੱਪ ਹੈ ਜੀ ਉਹਨਾਂ ਲਈ। ਮਤਲਬ ਡਬਲ ਜਿਹੜਾ ਟੋਲ ਪਲਾਜ਼ਾ ਲਿਆ ਜਾਂਦਾ ਸਰ, ਡਬਲ ਚਾਰਜ ਆ, ਪਲੰਟੀ 40 ਰੁਪਏ ਐਕਸਟਰਾ ਲਈ ਜਾਂਦੀ ਹੈ ਉਹਨਾਂ ਕੋਲ। ਹਾਂਜੀ, ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਕੁਝ ਗੱਡੀਆਂ ਐਗਜ਼ੈਂਪਟ ਕੀਤੀਆਂ ਜਾਂਦੀਆਂ ਨੇ, ਮਤਲਬ ਉਹਨਾਂ ਨੂੰ ਛੂਟ ਦਿੱਤੀ ਜਾਂਦੀ ਹੈ। ਉਹ ਕਿਹੜੀਆਂ ਗੱਡੀਆਂ ਹੁੰਦੀਆਂ ਨੇ ਖਾਸ ਕਰਕੇ ਜਿਨ੍ਹਾਂ ਨੂੰ ਛੂਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ? ਸਰ ਇੱਕ ਤਾਂ ਆਪਣੇ ਜੱਜ ਹੋ ਗਏ, ਤੇ ਇੱਕ ਆਪਣੇ ਸਰਕਾਰੀ ਵਹੀਕਲ ਹੋ ਗਏ, ਜਿਵੇਂ ਆਰਮੀ ਹੋ ਗਈ ਤੇ ਸੀਐਮ ਹੋ ਗਏ, ਆਪਣੇ ਪੰਜਾਬ ਪੁਲਿਸ ਹੋ ਗਏ, ਹੋਰ ਗਵਰਨਮੈਂਟ ਜਿਹੜੇ ਇਹਨਾਂ ਨੇ ਨੈਸ਼ਨਲ ਐਨਐਚ ਨੇ ਦਿੱਤੇ ਹੋਏ ਨੇ ਅਪਲਾਈ, ਉਹ ਨੇ ਸਰ, ਉਹਨਾਂ ਨੇ। ਇਹਨਾਂ ਦੇ ਵਿੱਚ ਐਂਬੂਲੈਂਸ ਵਗੈਰਾ ਵੀ ਵਿੱਚ ਆ? ਸਰ ਵਿੱਚ ਆਉਂਦੀ ਹੈ ਸਰ, ਐਂਬੂਲੈਂਸ ਤਾਂ ਇੰਜੈਕਸ਼ਨ ਹੈਗੀ ਹੈ, ਉਹ ਵੀਆਈਪੀ ਲੈਣ ਨੂੰ ਜਾਂਦੀ ਹੈ ਐਂਬੂਲੈਂਸ, ਤੇ ਜਿਹੜੇ ਆਪਣੇ ਵੀਆਈਪੀ ਨੇ ਉਹ ਸਾਰੇ ਵੀਆਈਪੀ ਲੈਣ ਨੂੰ ਜਾਂਦੇ ਆ ਜੀ। ਮਤਲਬ ਉਹ ਅਲੱਗ ਲਾਈਨ ਬਣਾਈ ਹੋਈ ਹੈ? ਹਾਂਜੀ, ਵੀਆਈਪੀ ਲਾਈਨ ਸਰ ਉਹ ਸਾਡੀ, ਉਹ ਲਾਈਨ ਹੈ ਸਰ ਵੀਆਈਪੀ, ਉਧਰੋਂ ਜਾਂਦੀ ਹੈ ਸਰ ਉਹ ਐਂਬੂਲੈਂਸ। ਇਹਦੇ ਵਿੱਚ ਇੱਕ ਗੱਲ ਹੋਰ ਦੇਖਣ ਵਾਲੀ ਜ਼ਰੂਰ ਸਾਹਮਣੇ ਆਉਂਦੀ ਹੈ, ਖਾਸ ਕਰਕੇ ਕਿਉਂਕਿ ਕਈ ਵਾਰ ਸ਼ਿਕਾਇਤ ਜਿਹੜੀ ਹੁੰਦੀ ਹੈ ਲੋਕਾਂ ਦੀ ਕਿ ਲੋਕਲ ਜਿਹੜੇ ਲੋਕ ਨੇ, ਜਿਹੜੇ ਇਸ ਟੋਲ ਪਲਾਜ਼ਾ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਹੋਣਗੇ, ਉਹਨਾਂ ਨੂੰ ਕਿਸ ਤਰੀਕੇ ਰਾਹਤ ਦਿੱਤੀ ਜਾਂਦੀ ਹੈ, ਕਿਉਂਕਿ ਉਹਨਾਂ ਦਾ ਤਾਂ ਹਰ 2 ਮਿੰਟ ਬਾਅਦ ਆਉਣ ਜਾਣ ਹੁੰਦਾ। ਸਰ ਉਹਨਾਂ ਦਾ ਮੰਥਲੀ ਪਾਸ ਬਣਦਾ, ਜਿਹੜੇ ਲੋਕਲ ਹੈ ਉਹਨਾਂ ਦਾ 315 ਦਾ ਮੰਥਲੀ ਪਾਸ ਹੈ। ਉਹ ਜਿੰਨੇ ਮਰਜ਼ੀ ਚੱਕਰ ਮਾਰਨ ਉਹ, ਕਿ ਉਹਨਾਂ ਦਾ ਲੋਕਲ ਹੈ ਨਾ, ਉਹ ਉਹਨਾਂ ਨੂੰ ਦਵਾਈ ਕਿਤੇ ਲੈਣ ਜਾਣਾ, ਆਪਣੇ ਖੇਤ ਵੀ ਜਾਣਾ ਹੈ, ਇਸ ਕਰਕੇ ਉਹਨਾਂ ਦਾ 315 ਦਾ ਮੰਥਲੀ ਪਾਸ ਬਣਦਾ ਹੈ, ਉਹ ਜਿੰਨੇ ਮਰਜ਼ੀ ਆਈ ਜਾਣ। ਹਾਂਜੀ, ਤੇ ਉਹਨਾਂ ਦੀ ਫਿਰ ਜਿਹੜੀ ਲਾਈਨ ਹੈ ਉਹ ਇਹੀ ਲਾਈਨ ਹੁੰਦੀ ਹੈ ਜਾਂ ਫਿਰ ਅਲੱਗ ਲਾਈਨਾਂ ਤੋਂ? ਨਹੀਂ ਸਰ, ਇਹਨਾਂ ਚੋਂ ਜਾਂਦੇ ਆ ਸਰ ਉਹ ਲਾਈਨ ਚੋਂ, ਕਿ ਉਹਨਾਂ ਦਾ ਮੰਥਲੀ ਪਾਸ ਬਣਦਾ ਹੈ, ਉਹਨਾਂ ਦਾ ਫਾਸਟੈਗ ਮੰਥਲੀ ਰਿਚਾਰਜ ਹੋ ਜਾਂਦਾ ਹੈ 315 ਦਾ, ਉਹ ਵਿੱਚ ਹੀ ਜਾਂਦੇ ਲਾਈਨਾਂ ਚ ਇਹਨਾਂ ਤੋਂ ਹੀ। ਹਾਂਜੀ, ਮਤਲਬ ਉਹਨਾਂ ਨੂੰ ਕੋਈ ਐਕਸਟਰਾ ਚਾਰਜ ਨਹੀਂ ਦੇਣਾ? ਨਹੀਂ ਜੀ ਨਹੀਂ, ਬਸ 315 ਪਾਸ ਬਣਦਾ ਚਲੋ ਉਹਨਾਂ ਦਾ ਮੰਥਲੀ। ਇੱਕ ਵੱਡਾ ਸਵਾਲ ਟੋਲ ਪਲਾਜ਼ੇ ਦੇ ਉੱਤੇ ਜ਼ਰੂਰ ਚੱਕਿਆ ਜਾਂਦਾ, ਕਹਿੰਦੇ ਕਿ ਜਦੋਂ ਗੱਡੀ ਆਪਾਂ ਖਰੀਦਦੇ ਆ ਉਦੋਂ ਵੀ ਆਪਾਂ ਰੋਡ ਟੈਕਸ ਦਿੰਨੇ ਆ, ਠੀਕ ਹੈ, ਉਦੋਂ ਹੋਰ ਵੀ ਟੈਕਸਿਸ ਜਿਹੜੇ ਦਿੱਤੇ ਜਾਂਦੇ ਆ, ਫਿਰ ਟੋਲ ਪਲਾਜ਼ਾ ਦੇ ਵਿੱਚ ਟੋਲ ਟੈਕਸ ਕਿਉਂ ਵਸੂਲਿਆ ਜਾਂਦਾ? ਇਹ ਇੱਕ ਬਹੁਤ ਵੱਡਾ ਸਵਾਲ ਆ ਜਾਂਦਾ ਸਰ। ਐਨਐਚਆਈ ਜਿਹੜਾ ਮੇਨਟੇਨੈਂਸ ਹੁੰਦਾ ਸਰ ਇਹਨਾਂ ਦਾ, ਐਨਐਚਏ ਦਾ ਜਿਵੇਂ ਰੋਡ ਮੇਨਟੇਨੈਂਸ ਹੈ, ਉਸ ਕਰਕੇ ਐਨਐਚਆਈ ਕਰਦੀ ਹੈ ਇਹਨਾਂ ਨੂੰ ਵੀ ਇੱਥੋਂ ਜਿਹੜਾ ਫਾਸਟੈਗ ਪੈਸਾ ਹੈ ਉਹ ਗਵਰਨਮੈਂਟ ਕੋਲ ਜਾਂਦਾ ਹੈ, ਐਨਐਚਏ ਕੋਲ ਜਾਂਦਾ ਹੈ, ਫਿਰ ਉਹਦਾ ਮੇਨਟੇਨੈਂਸ ਦਾ ਖਰਚਾ ਉਹ ਇਸ ਕਰਕੇ ਹੀ ਟੋਲ ਪਲਾਜ਼ਾ ਲੈ ਜਾਂਦੇ ਆ ਸਰ। ਮਤਲਬ ਤੁਹਾਡਾ ਕਹਿਣ ਦਾ ਭਾਵ ਹੈ ਕਿ ਜਿਹੜੀ ਸੜਕ ਇਹ ਬਣਾਈ ਗਈ ਹੈ ਇਸ ਦੀ ਮੇਨਟੇਨੈਂਸ ਦਾ? ਹਾਂਜੀ, ਜਿਹੜੀ ਮੇਨਟੇਨੈਂਸ ਆ ਸੜਕ ਦਾ, ਰੋਡ ਦਾ ਕੰਮ ਹੈ ਆਪਣਾ, ਇਹਦੀ ਮੇਨਟੇਨੈਂਸ ਦਾ ਹੀ ਖਰਚਾ ਉਹ ਲਾਇਆ ਜਾਂਦਾ ਸਰ। ਹਾਂਜੀ, ਤੇ ਕਿੰਨੀ ਕੁ ਮਿਆਦ ਜਿਹੜੀ ਹੈ ਇੱਕ ਟੋਲ ਪਲਾਜ਼ਾ, ਜੇ ਮੈਂ ਇਸੇ ਟੋਲ ਪਲਾਜ਼ਾ ਦੀ ਗੱਲ ਕਰਾਂ, ਮਿਆਦ ਕੀ ਹੈ? ਕਿਉਂਕਿ ਮਿਆਦ ਵੀ ਕਹਿੰਦੇ ਬਹੁਤ ਜ਼ਰੂਰੀ ਹੁੰਦੀ ਹੈ, ਹਰ ਸਾਲ ਕੰਟਰੈਕਟ ਹੁੰਦਾ। ਹਾਂਜੀ ਹਾਂ ਸਰ, ਇਹਦੀ ਮਿਆਦ 1 ਸਾਲ ਦੀ ਹੈ ਸਰ, 1 ਸਾਲ ਵਾਸਤੇ ਇਹਨਾਂ ਨੇ ਟੈਂਡਰ ਹੈ, 1 ਸਾਲ ਵਾਸਤੇ ਇਹਦੀ ਮਿਆਦ ਹੈ ਜੀ, ਇਹਦੀ ਟੋਲ ਪਲਾਜ਼ਾ ਦੀ ਅਜੀਜ਼ਪੁਰ ਦੀ। ਤੇ ਹਰ ਸਾਲ ਇਹਦਾ ਟੈਂਡਰ ਰਿਲੀਜ਼ ਹੁੰਦਾ? ਹਾਂ ਸਰ, ਹਰ ਸਾਲ ਹੁੰਦਾ ਰਿਲੀਜ਼। ਹਾਂਜੀ, ਸੋ ਇਹਨਾਂ ਦਾ ਵੀ ਤੁਹਾਨੂੰ ਅਸੀਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਪੈਸੇ ਜਿਹੜੇ ਨੇ ਕੱਟੇ ਜਾਂਦੇ ਨੇ। ਤਸਵੀਰਾਂ ਵੀ ਤੁਹਾਨੂੰ ਉਸ ਟੋਲ ਪਲਾਜ਼ਾ ਦੀ ਦਿਖਾ ਦਿੰਦੇ ਆ, ਤੁਸੀਂ ਦੇਖ ਸਕਦੇ ਹੋ ਕਿ ਗੱਡੀ ਕੋਈ ਵੀ ਜਦੋਂ ਇੱਥੇ ਪਹੁੰਚਦੀ ਹੈ, ਜੇਕਰ ਗੱਡੀ ਦੇ ਫਾਸਟੈਗ ਲੱਗਾ ਹੋਇਆ ਤਾਂ ਗੱਡੀ ਦੇ ਵਿੱਚ ਜਿਹੜਾ ਹੈ ਉਹ ਪੈਸੇ ਜਿਹੜੇ ਆ ਫਾਸਟੈਗ ਰਾਹੀਂ ਕੱਟੇ ਜਾਂਦੇ ਨੇ ਤੇ ਬੂਮ ਬੈਰੀਅਰ ਜਿਹੜਾ ਉਹ ਆਪਣੇ ਆਪ ਉੱਪਰ ਚੱਕਿਆ ਜਾਂਦਾ। ਪਰ ਜੇਕਰ ਕਿਸੇ ਗੱਡੀ ਕੋਲੋਂ ਫਾਸਟੈਗ ਨਹੀਂ ਹੈਗਾ ਤਾਂ ਉਹਨਾਂ ਨੂੰ ਇੱਥੇ ਕੈਸ਼ ਦੇਣਾ ਪੈਂਦਾ। ਇੱਕ ਵੱਡੀ ਗੱਲ ਜ਼ਰੂਰ ਇਹਦੇ ਵਿੱਚ ਹੁੰਦੀ ਹੈ ਕਿ ਰੇਟ ਲਿਸਟ ਦੀ, ਸੋ ਅਸੀਂ ਵੀ ਜ਼ਰੂਰ ਗੱਲ ਕਰਾਂਗੇ। ਯਾਦਵਿੰਦਰ ਜੀ, ਇੱਕ ਸਵਾਲ ਵੱਡਾ ਇਹ ਵੀ ਆਉਂਦਾ, ਕਹਿੰਦੇ ਕਿ ਹਰ ਜਿਹੜਾ ਹੈ ਟੋਲ ਪਲਾਜ਼ਾ ਹੁੰਦਾ ਉੱਤੇ ਰੇਟ ਲਿਸਟ ਲੱਗੀ ਜਿਹੜੀ ਆ ਉਹ ਬੇਹੱਦ ਜ਼ਰੂਰੀ ਹੁੰਦੀ ਹੈ। ਤੁਹਾਡੀ ਜਿਹੜੀ ਇਸ ਟੋਲ ਪਲਾਜ਼ਾ ਦੀ ਰੇਟ ਲਿਸਟ ਜਿਹੜੀ ਹੈ ਉਹ ਕਿੱਥੇ ਤੇ ਕਿੱਦਾਂ ਲੱਗੀ ਹੋਈ ਹੈ? ਸਰ ਰੇਟ ਲਿਸਟ ਸਾਡੀ ਉਹ ਲੱਗੀ ਹੈ ਜੀ, ਜਿਵੇਂ 40 ਰੁਪਏ ਦੀ ਹੈ, ਫਾਸਟੈਗ 40 ਹੈ, ਵੈਸੇ ਪਲੰਟੀ 80 ਹੈ, ਪਹਿਲਾਂ ਵੀ ਦੱਸਿਆ ਸੀਗਾ ਮੈਂ। ਸਾਡੀ ਰੇਟ ਲਿਸਟ ਸਰ ਉਹ ਲੱਗੀ ਹੈ ਸਾਹਮਣੇ। ਸੋ ਅਸੀਂ ਦਰਸ਼ਕਾਂ ਨੂੰ ਰੇਟ ਲਿਸਟ ਵੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਰੇਟ ਲਿਸਟ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੱਸਿਆ ਗਿਆ ਕਿ ਕਿਹੜੀ ਤਰੀਕ ਤੋਂ ਬਾਅਦ ਜਿਹੜਾ ਇੱਥੇ ਰੇਟ ਲਿਸਟ ਜਿਹੜੀ ਹੈ ਦਿੱਤੀ ਗਈ ਹੈ। ਕਾਰ, ਜੀਪ, ਵੈਨ ਦੀ ਜੇਕਰ ਗੱਲ ਕਰੀਏ ਤਾਂ ਜੇਕਰ ਫਾਸਟੈਗ ਦੇ ਨਾਲ ਹੈਗਾ ਤੇ 40 ਰੁਪਏ ਹੈ ਤੇ 60 ਰੁਪਏ ਰਿਟਰਨ ਜਰਨੀ, ਯਾਨੀ ਕਿ ਜੇਕਰ ਕੋਈ ਇਨਸਾਨ 24 ਘੰਟੇ ਦੇ ਵਿੱਚ ਵਾਪਸ ਆ ਜਾਂਦਾ ਤਾਂ ਉਹਨੂੰ 40 ਇੱਕ ਵਾਰੀ ਤੇ 20 ਇੱਕ ਵਾਰੀ ਦੇ ਕੇ, ਯਾਨੀ ਕਿ ਰਿਟਰਨ ਜਰਨੀ ਹੈ ਤੇ ਅਪ ਡਾਊਨ ਦਾ ਉਹਨੂੰ 60 ਰੁਪਏ ਦੇਣਾ ਪਏਗਾ। ਪਰ ਜੇਕਰ ਸਿੰਗਲ ਜਰਨੀ ਹੈ ਤੇ ਉਹ 40 ਰੁਪਏ ਦੇਣੇ ਪੈਣਗੇ। ਉੱਥੇ ਦੂਜੇ ਪਾਸੇ ਜੇਕਰ ਗੱਲ ਕਰੀਏ ਨਾਨ ਫਾਸਟੈਗ ਐਂਡ ਬਲੈਕਲਿਸਟ ਪੈਨਲਟੀ, ਸੋ ਜਿਨ੍ਹਾਂ ਕੋਲ ਫਾਸਟੈਗ ਨਹੀਂ ਹੈਗਾ, ਜਿਨ੍ਹਾਂ ਕੋਲੋਂ ਜਾਂ ਫਾਸਟੈਗ ਬਲੈਕਲਿਸਟ ਹੋ ਚੁੱਕਿਆ ਹੋਇਆ, ਜਾਂ ਜਿੱਦਾਂ ਵੀ ਕੁਝ ਸਮਾਂ ਪਹਿਲਾਂ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹਦੇ ਕੋਲ ਬੈਲੈਂਸ ਘੱਟ ਹੁੰਦਾ, ਸੋ ਉਹਨਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪੈਨਲਟੀ ਜਿਹੜੀ ਆ ਉਹ 80 ਰੁਪਏ ਹੋ ਜਾਂਦੀ। ਯਾਨੀ ਕਿ ਟੋਲ ਪਲਾਜ਼ਾ ਦਾ ਜੋ ਪ੍ਰਾਈਸ ਹੈ, ਜੋ ਟੋਲ ਟੈਕਸ ਹੈ, ਉਸ ਦਾ ਡਬਲ ਅਮਾਊਂਟ ਜਿਹੜਾ ਹੈ ਜੇਕਰ ਫਾਸਟੈਗ ਨਹੀਂ ਹੈਗਾ ਤੇ ਉਹ ਇੱਥੋਂ ਲਿੱਤਾ ਜਾਂਦਾ। ਤੇ
ਜੇਕਰ ਗੱਲ ਕੀਤੇ ਮੰਥਲੀ ਪਾਸ ਦੀ, ਮੰਥਲੀ ਚਾਰजेस ਦੀ, ਜੇਕਰ ਕੋਈ ਹਰ ਰੋਜ਼ ਦਾ ਆਉਣ ਜਾਣ ਜਿਹਨਾਂ ਦਾ ਹੈਗਾ ਤਾਂ 1365 ਰੁਪਏ ਦਾ ਜਿਹੜਾ ਇਹਨਾਂ ਦਾ ਮੰਥਲੀ ਸਿੰਗਲ ਜਰਨੀ ਪਾਸ ਜਿਹੜਾ ਉਹ ਬਣਦਾ ਹੈ। ਸੋ ਇਹਦੇ ਵਿੱਚ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਫੀਸੋ ਮੰਥਲੀ ਸਿੰਗਲ ਜਰਨੀ ਪਾਸ, ਇਹਦਾ ਸਿੰਗਲ ਜਰਨੀ ਦਾ ਕੀ ਮਤਲਬ ਹੈ? ਸਰ ਇਹ ਮੰਥਲੀ ਪਾਸ ਹੁੰਦਾ ਹੈ। ਜਿਵੇਂ ਆਪਾਂ ਸਿੰਗਲ ਜਰਨੀ ਜਾਈਏ ਤੇ ਆਪਾਂ ਜਦੋਂ ਚਲੇ ਗਏ ਸਰ 24 ਘੰਟੇ ਦੇ ਅੰਦਰ ਆਪਾਂ ਆ ਗਏ ਤਾਂ ਉਹਨਾਂ ਦੇ 20 ਰੁਪਏ ਲੱਗਣੇ ਕਮਰਸ਼ੀਅਲ ਵਹੀਕਲ ਦੇ, ਉਹਨਾਂ ਦਾ ਪਾਸ ਹੈ ਸਰ ਇਹ। 20 ਰੁਪਏ ਜਿਹੜਾ ਹਰ ਰੋਜ਼ ਦਾ 20 ਰੁਪਏ ਦਾ ਖਰਚਾ ਲੱਗਦਾ। ਹਾਂਜੀ 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 ਠੀਕ ਹੈ। ਹਾਂਜੀ। ਸੋ ਤਸਵੀਰ ਇਹ ਵੀ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਵਹੀਕਲ ਜਿਹੜਾ ਕਮਰਸ਼ੀਅਲ ਵਹੀਕਲ ਹੈ, ਖਾਸ ਕਰਕੇ ਕਮਰਸ਼ੀਅਲ ਵਹੀਕਲ ਦੀ ਫੀਲ ਲਿਖੀ ਹੋਈ ਹੈ, ਜਿਹੜਾ ਡਿਸਟ੍ਰਿਕਟ ਦੇ ਵਿੱਚ, ਜਿਸ ਡਿਸਟ੍ਰਿਕਟ ਦੇ ਵਿੱਚ ਟੋਲ ਪਲਾਜ਼ਾ ਪੈਂਦਾ ਉਸ ਡਿਸਟ੍ਰਿਕਟ ਦੇ ਵਿੱਚ ਜੇਕਰ ਆਉਣ ਜਾਣ ਕਰਦਾ ਤੇ ਉਹਨੂੰ 20 ਰੁਪਏ ਦਾ ਚਾਰਜ ਜਿਹੜਾ ਲੱਗਦਾ। ਸੋ ਇਹਦੇ ਵਿੱਚ ਹੁਣ ਜਿੱਦਾਂ ਆਪਾਂ ਜ਼ਿਕਰ ਪਹਿਲਾਂ ਵੀ ਕੀਤਾ ਕਿ ਕਈ ਵਾਰੀ ਝਗੜਾ ਵੀ ਹੋ ਜਾਂਦਾ, ਕਈ ਲੋਕ ਕਹਿੰਦੇ ਨੇ ਕਿ ਨਹੀਂ 3 ਮਿੰਟ ਤੋਂ ਉੱਤੇ ਸਮਾਂ ਹੋ ਗਿਆ, ਕਿਉਂਕਿ ਜੋ NHAI ਦੇ ਗਾਈਡਲਾਈਨਸ ਨੇ ਉਹਨਾਂ ਦੇ ਮੁਤਾਬਕ ਅਕਸਰ ਗੱਲ ਸਾਹਮਣੇ ਆਉਂਦੀ, ਕਹਿੰਦੇ ਇੱਕ ਮਿੱਥਿਆ ਹੋਇਆ ਸਮਾਂ ਜੇ ਉਸ ਤੋਂ ਵੱਧ ਟੱਪ ਜਾਵੇ ਤੇ ਟੋਲ ਪਲਾਜ਼ਾ ਐਗਜ਼ੈਂਪਟ ਕਰਦਾ। ਉਹਨਾਂ ਦੇ ਵਿੱਚ ਕੀ ਕੰਡੀਸ਼ਨਸ ਰਹਿੰਦੀਆਂ ਨੇ ਖਾਸ ਕਰਕੇ? ਸਰ ਇਸ ਕਰਕੇ ਨਾ ਜਦੋਂ ਪਿੱਛੋਂ ਜਾਮ ਲੱਗਦਾ ਹੈ, ਥੋੜਾ ਰੋਡ ਦੀ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਹੈ ਜਦੋਂ, ਤਾਂ ਜਾਮ ਲੱਗ ਜਾਂਦਾ ਹੈ ਸਰ। ਤੇ ਜਾਮ ਲੱਗਣ ਕਰਕੇ ਥੋੜਾ ਟਾਈਮ ਐਕਸਟਰਾ ਲੱਗ ਜਾਂਦਾ ਹੈ ਕਈ ਵਾਰ, ਪਰ ਹਮੇਸ਼ਾ ਹੀ ਲੱਗਦਾ ਹੈਗਾ। ਕਦੇ ਕਦੇ ਹੋ ਜਾਂਦਾ ਹੈ ਤਾਂ ਯੂਜ਼ਰ ਬਦਤਮੀਜ਼ੀ ਤਾਂ ਬਹੁਤ ਕਰਦੇ ਆ ਸਾਡੇ ਨਾਲ, ਪਰ ਅਸੀਂ ਥੋੜਾ ਸਮਝੌਤਾ ਕਰ ਲੈਂਦੇ ਉਹਨਾਂ ਨਾਲ ਵੀ ਚਲੋ ਸਮਝ ਵੀ ਜਾਂਦੇ ਆ ਵੀ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਹੈਗੇ, ਸਮਝ ਜਾਂਦੇ ਆ। ਤਾਂ ਟਾਈਮ ਲੱਗਦਾ ਸਰ, 3 ਮਿੰਟ ਦਾ ਟਾਈਮ NHAI ਨੇ ਕੀਤਾ ਹੋਇਆ, ਪਰ ਚਲੋ ਅਸੀਂ ਫਿਰ ਵੀ ਐਡਜਸਟਮੈਂਟ ਕਰ ਲੈਂਦੇ ਆ ਉਹਦੇ ਨਾਲ। 3 ਮਿੰਟ ਦਾ ਟਾਈਮ ਕਿੱਥੋਂ ਹੁੰਦਾ? ਉਹ ਜਿਹੜੀ ਨੀਲੀ ਲਾਈਨ ਪਾਰ ਕਰਨ ਤੋਂ ਬਾਅਦ? ਹਾਂਜੀ ਸਰ, ਹਾਂਜੀ ਹਾਂਜੀ, ਜਦੋਂ ਇਹ ਗੱਡੀ ਅੰਦਰ ਵੜ ਗਈ ਸਰ ਉੱਥੋਂ ਹੁੰਦਾ ਸ਼ੁਰੂ। ਹਾਂਜੀ 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 ਹਾਂਜੀ। ਠੀਕ ਹੈ। ਸੋ ਮਤਲਬ ਇੱਥੋਂ ਜਦੋਂ ਗੱਡੀ ਅੰਦਰ ਵੜ ਗਈ ਤੇ 3 ਮਿੰਟਾਂ ਦੇ ਵਿੱਚ ਉਸਦਾ ਗੱਡੀ ਨੂੰ ਪਾਰ ਹੋਣਾ ਲਾਜ਼ਮੀ ਹੈ, ਜੇ ਨਹੀਂ ਹੁੰਦਾ ਤਾਂ ਗੱਡੀ ਐਗਜ਼ੈਂਪਟਡ ਹੈ। ਹਾਂਜੀ ਹਾਂਜੀ, ਫਿਰ ਕਰ ਦਿੰਦੇ ਆ ਸਰ, ਕਰਦੇ ਆ ਏਜੰਟ ਕਰਦੇ। ਪਰ ਇਹਦੇ ਵਿੱਚ ਫਿਰ ਇੱਕ ਸਵਾਲ ਇਹ ਵੀ ਆਉਂਦਾ ਕਿ ਉਹ ਕੰਡੀਸ਼ਨਸ ਕਿਹੜੀਆਂ ਹੁੰਦੀਆਂ ਨੇ ਜਿਸ 'ਚ ਗੱਡੀ ਐਗਜ਼ੈਂਪਟ ਕੀਤੀ ਜਾਂਦੀ ਹੈ, ਖਾਸ ਕਰਕੇ ਕਿਉਂਕਿ ਇੱਕ ਤਾਂ ਤੁਸੀਂ ਦੱਸਿਆ ਕਿ ਜਦੋਂ ਲੰਬਾ ਰਸ਼ ਲੱਗ ਜਾਵੇ, ਹੋਰ ਕਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ? ਸਰ ਜਿਵੇਂ ਇਹ ਆਪਣੀ ਗੱਡੀ ਆ ਗਈ, ਜਿਵੇਂ ਸਰ ਆਪਣੀ ਲਾਈਨ 'ਚ ਗੱਡੀ ਹੈ ਸਰ ਆ ਗਈ, ਜਿਵੇਂ ਆ ਆਪਣਾ ਜਾਮ ਲੱਗ ਗਿਆ ਸਰ, ਜਿਵੇਂ ਜਾਮ ਲੱਗ ਗਿਆ ਸਰ, ਉਸ ਤੋਂ ਬਾਅਦ ਜਿਵੇਂ ਗੱਡੀ ਆ ਗਈ ਇੱਥੇ ਲਾਈਨ ਤੇ 3 ਮਿੰਟ ਤੋਂ ਓਵਰ ਹੋ ਗਈ, ਉਹਨੂੰ ਅਸੀਂ ਪਹਿਲਾਂ ਸਮਝਾ ਦਿੰਦੇ ਹਾਂ ਥੋੜਾ ਜਿਹਾ। ਚਲੋ ਕਈ ਵਾਰੀ ਸਰ ਜਾਮ ਲੱਗ ਜਾਂਦਾ ਹੈ ਤਾਂ ਜਿਹੜੇ ਸਮਝ ਜਾਂਦੇ ਆ, ਨਹੀਂ ਵੈਸੇ ਅਸੀਂ ਉਹਨੂੰ ਅਜੰਪਟ ਕਰ ਦਿੰਦੇ ਆ ਵੀ ਚਲੋ ਕੋਈ ਗੱਲ ਨਹੀਂ। ਹਾਂਜੀ। ਮਤਲਬ ਜੇ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਟੋਲ ਪਲਾਜ਼ਾ ਤੇ ਕੋਈ ਹੈ ਤਾਂ ਤਕਨੀਕਾਂ ਹੀ ਵਰਤੀਆਂ ਜਾਂਦੀਆਂ ਨੇ, ਜੇ ਕੋਈ ਤਕਨੀਕੀ ਖਰਾਬੀ ਪਲਾਜ਼ਾ ਦੇ ਵਿੱਚ ਆ ਜਾਵੇ ਫਿਰ ਕੀ ਰੂਟ ਅਖਤਿਆਰ ਕੀਤਾ ਜਾਂਦਾ? ਸਰ ਰੂਟ ਹੈ ਜਿਵੇਂ ਆਪਣਾ ਇਹ ਤਰੀਕੇ ਨਾਲ ਪ੍ਰੋਬਲਮ ਕਈ ਵਾਰ ਆ ਜਾਂਦੀ ਹੈ, ਬਜਦਾ ਵੀ ਨਹੀਂ ਆਂਦੀ, ਚਲੋ ਕਈ ਵਾਰੀ ਆ ਜਾਂਦੀ ਹੈ ਤਾਂ ਅਸੀਂ ਥੋੜਾ ਜਿਹਾ ਇਹਨੂੰ ਆਪਣੇ ਉਹਨੂੰ ਲੌਗ ਆਊਟ ਮਾਰ ਕੇ ਲੌਗਇਨ ਦੁਬਾਰੇ ਕਰ ਲੈਂਦੇ ਆ, ਫਿਰ ਪ੍ਰੋਬਲਮ ਠੀਕ ਹੋ ਜਾਂਦੀ ਹੈ, ਸੋਲਵ ਹੋ ਜਾਂਦੀ ਹੈ ਪ੍ਰੋਬਲਮ। ਫਿਰ ਵੀ ਜੇ ਨਾ ਠੀਕ ਹੋਵੇ ਫਿਰ ਸਰ ਆਪਾਂ ਲਾਈਨ ਬੰਦ ਕਰਕੇ ਦੂਜੀ ਲਾਈਨ ਨੂੰ ਜੰਪ ਕਰ ਦਿੰਦੇ ਆ ਸਰ। ਦੂਜੀ ਲਾਈਨ ਤੋਂ ਐਗਜ਼ੈਂਪਟ ਕਰ ਹਾਂਜੀ 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 ਜਿਹੜਾ ਤਕਨੀਕੀ ਖਰਾਬੀ ਖਤਮ ਜਿਹੜੀ ਜਦ ਤੱਕ ਖਤਮ ਨਹੀਂ ਹੁੰਦੀ ਤਦ ਤੱਕ ਲੋਕ ਲੰਘ ਸਕਦੇ। ਹਾਂਜੀ ਹਾਂਜੀ, ਫਿਰ ਅਸੀਂ ਇਹ ਲਾਈਨ ਇਹ ਸਾਡੀ ਐਕਸਟਰਾ ਹੈ ਤਾਂ ਅਸੀਂ ਇਹਨੂੰ ਜੰਪ ਕਰ ਦਿੰਦੇ ਆ ਜੀ। ਠੀਕ ਹੈ। ਹਾਂਜੀ। ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅਕਸਰ ਟੋਲ ਪਲਾਜ਼ਿਆਂ ਦੀ ਸ਼ਿਕਾਇਤਾਂ ਹੁੰਦੀਆਂ ਨੇ, ਉਹਨਾਂ ਸ਼ਿਕਾਇਤਾਂ ਦਾ ਕਿਤੇ ਨਾ ਕਿਤੇ ਦਰਸ਼ਕਾਂ ਨੂੰ ਜਵਾਬ ਮਿਲਦਾ ਹੋਇਆ ਨਜ਼ਰ ਆਏਗਾ, ਕਿਉਂਕਿ ਜੋ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਉਸ ਦੇ ਮੁਤਾਬਕ ਜਿਹੜਾ ਹੈ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਜਦੋਂ ਕੋਈ ਜਾਮ ਲੱਗ ਜਾਂਦਾ, ਕੁਝ ਵੀ ਹੋ ਜਾਂਦਾ ਤੇ ਗੱਡੀਆਂ ਨੂੰ ਐਗਜ਼ੈਂਪਟ ਵੀ ਕੀਤਾ ਜਾਂਦਾ। ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ, ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜਿਹੜਾ ਹੁਣ ਕੈਸ਼ ਪੇਮੈਂਟ ਲਿੱਤੀ ਜਾ ਰਹੀ ਹੈ, ਕੈਸ਼ ਪੇਮੈਂਟ ਰਾਹੀਂ ਜਿਹੜਾ ਹੈ ਕੰਮ ਕੀਤਾ ਜਾ ਰਿਹਾ, ਕਿਉਂਕਿ ਇਹ ਸ਼ਾਇਦ ਇਹਨਾਂ ਕੋਲ ਫਾਸਟੈਗ ਨਹੀਂ ਹੈਗਾ ਇਸ ਵਕਤ ਤੇ ਇਹਨਾਂ ਨੂੰ ਹੁਣ ਕੈਸ਼ ਜਿਹੜੀ ਆ ਪਰਚੀ ਕੱਟ ਕੇ ਦਿੱਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਟੋਲ ਜਿਹੜਾ ਹੈ ਉਹ ਵਸੂਲਿਆ ਗਿਆ, ਕਿਉਂਕਿ ਇਹਨਾਂ ਕੋਲ ਫਾਸਟੈਗ ਨਹੀਂ ਹੈਗਾ ਤੇ ਇਹਨਾਂ ਕੋਲ ਕੈਸ਼ ਵਸੂਲਿਆ ਗਿਆ। ਪਰ ਜਿਹੜੀਆਂ ਬਾਕੀ ਗੱਡੀਆਂ, ਹੋਰ ਵੀ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਫਾਸਟੈਗ ਜਿਹੜਾ ਹੈ ਉਹ ਲੱਗਿਆ ਹੋਇਆ, ਸੋ ਉਹ ਫਾਸਟੈਗ ਦੇ ਜਿਹੜਾ ਕਰਕੇ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਹ ਬੂਮ ਬੈਰੀਅਰ ਜਿਹੜਾ ਆਪੇ ਹੀ ਚੱਕਿਆ ਜਾਏਗਾ ਜੇਕਰ ਗੱਡੀ ਤੇ ਫਾਸਟੈਗ ਲੱਗਿਆ ਹੋਇਆ। ਸੋ ਤੁਹਾਨੂੰ ਉਹ ਤਸਵੀਰ ਵੀ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੱਡੀ ਗੱਲ ਇਹ ਹੈ ਕਿ ਫਾਸਟੈਗ ਰਾਹੀਂ ਪੈਸੇ ਕੱਟੇ ਗਏ ਤੇ ਬੂਮ ਬੈਰੀਅਰ ਆਨ ਹੋ ਗਿਆ। ਪਰ ਇੱਥੇ ਇੱਕ ਵੱਡਾ ਸਵਾਲ ਇਹ ਵੀ ਜ਼ਰੂਰ ਖੜਾ ਹੁੰਦਾ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ CM ਭਗਵੰਤ ਮਾਨ ਵੱਲੋਂ ਟੋਲ ਪਲਾਜ਼ਾ ਬੰਦ ਕੀਤੇ ਗਏ, ਉਹ ਕਿਉਂ ਬੰਦ ਕੀਤੇ ਗਏ ਉਸ ਦਾ ਵੀ ਵੱਡਾ ਕਾਰਨ ਜਿਹੜਾ ਸਰਕਾਰ ਵੱਲੋਂ ਦੱਸਿਆ ਗਿਆ ਕਿ ਜਿਹੜੇ ਟੋਲ ਪਲਾਜ਼ਾ ਸੀਗੇ ਉਹਨਾਂ ਦੀ ਮਿਆਦ ਜਿਹੜੀ ਹੈ ਪੂਰੀ ਹੋ ਚੁੱਕੀ ਸੀ, ਜਿਸ ਤੋਂ ਬਾਅਦ ਇਹ ਟੋਲ ਪਲਾਜ਼ਾ ਜਿਹੜਾ ਹੈ ਉਹ ਬੰਦ ਹੋ ਜਾਂਦਾ। ਸੋ ਉਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ, ਅਸੀਂ ਇੱਥੋਂ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ NHAI ਦੀ ਕੀ ਗਾਈਡਲਾਈਨਸ ਨੇ। ਸੋ ਉਹਨਾਂ ਗਾਈਡਲਾਈਨਸ ਦੇ ਮੁਤਾਬਕ ਜਿਹੜਾ ਹੈ
ਟੋਲ ਪਲਾਜ਼ੇ ਦੀ ਮਿਆਦ ਜਿਹੜੀ ਹੈ ਇਹਨਾਂ ਨੂੰ 1 ਸਾਲ ਦਾ ਜਿਹੜਾ ਟੈਂਡਰ ਦਿੱਤਾ ਜਾਂਦਾ ਹੈ ਤੇ ਇਸ ਟੋਲ ਪਲਾਜ਼ਾ ਦੀ ਰੱਖ ਰਖਾਵ ਜਿਹੜੇ ਕਰਦੇ ਨੇ ਕੰਪਨੀਆਂ ਉਹਨਾਂ ਦਾ 1 ਸਾਲ ਦਾ ਟੈਂਡਰ ਜਿਹੜਾ ਦਿੱਤਾ ਜਾਂਦਾ ਤੇ ਜਦੋਂ ਟੈਂਡਰ ਮੁੱਕ ਜਾਂਦਾ ਤੇ ਕੰਪਨੀ ਟੈਂਡਰ ਜਿਹੜੀ ਹੈ NHA ਦੁਆਰ ਤੋਂ ਜਾਰੀ ਕਰਦੀ ਹੈ ਤੇ ਕੰਪਨੀ ਇੱਥੇ ਟੈਂਡਰ ਜਿਹੜਾ ਉਹ ਹਾਸਲ ਕਰਦੀ ਹੈ। ਪਰ ਜਿਹੜੇ ਟੋਲ ਪਲਾਜ਼ਾ ਪੰਜਾਬ ਦੇ ਵਿੱਚ ਬੰਦ ਕੀਤੇ ਗਏ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਟੈਂਡਰ ਜਿਹੜੇ ਦਿੱਤੇ ਗਏ ਸਨ ਉਹਨਾਂ ਦੀ ਮਿਆਦਾਂ ਜਿਹੜੀਆਂ ਫਿਕਸ ਕੀਤੀਆਂ ਗਈਆਂ ਸੀਗੀਆਂ ਕਿ ਕਿਹੜੀ ਮਿਆਦ ਤੱਕ ਜਿਹੜਾ ਹੈ ਟੋਲ ਪਲਾਜ਼ਾ ਜਿਹੜਾ ਉਹ ਚੱਲੇਗਾ, ਕਿਉਂਕਿ ਉਹ ਸਟੇਟ ਹਾਈਵੇ ਟੋਲ ਪਲਾਜ਼ਾ ਸੀਗੇ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਮਿਆਦ ਖਤਮ ਹੋਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਹੈ ਉਹ ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਪੰਜਾਬ ਦੇ ਵਿੱਚ। ਉਮੀਦ ਹੈ ਤੁਹਾਨੂੰ ਜਿਹੜੀਆਂ ਵੀ ਖਾਸ ਕਰਕੇ ਟੋਲ ਪਲਾਜ਼ਾ ਨੂੰ ਲੈ ਕੇ ਸ਼ਿਕਾਇਤਾਂ ਹੋਣਗੀਆਂ ਉਹਨਾਂ ਦੇ ਜਵਾਬ ਜ਼ਰੂਰ ਮਿਲ ਗਏ ਹੋਣਗੇ। ਜ਼ਰੂਰ ਤੁਹਾਨੂੰ ਪਤਾ ਲੱਗ ਚੁੱਕਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜੇਕਰ ਤੁਸੀਂ ਕਿਸੇ ਵੀ ਟੋਲ ਪਲਾਜ਼ਾ ਖਾਸ ਕਰਕੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਤੁਸੀਂ ਜਾਂਦੇ ਹੋ ਤਾਂ ਕਿਸ ਤਰੀਕੇ ਦੇ ਨਾਲ ਤੁਹਾਡੇ ਜਿਹੜੀ ਹੈ ਪੈਸੇ ਕਟਾਏ ਜਾਣਗੇ। ਤੇ ਜੇਕਰ ਕੋਈ ਤਕਨੀਕੀ ਖਰਾਬੀ ਆਉਂਦੀ ਹੈ ਉਸ ਕੰਡੀਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਟੋਲ ਪਲਾਜ਼ਾ ਕੰਮ ਕਰਦਾ। 3 ਮਿੰਟ ਵਾਲਾ ਜਿਹੜਾ ਰੂਲ ਹੈ ਉਸ ਦੇ ਬਾਬਤ ਵੀ ਜਾਣਕਾਰੀ ਇਸ ਟੋਲ ਪਲਾਜ਼ਾ ਤੇ ਦਿੱਤੀ ਗਈ ਹੈ। ਤੇ ਜੇਕਰ ਫਾਸਟੈਗ ਤੁਸੀਂ ਲਵਾਇਆ ਹੋਇਆ ਗੱਡੀ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਆਟੋਮੈਟਿਕਲੀ ਤੁਸੀਂ ਜਦੋਂ ਇੱਥੇ ਪਹੁੰਚਦੇ ਹੋ ਤੁਹਾਡਾ ਟੋਲ ਜਿਹੜਾ ਹੈ ਕੱਟਿਆ ਜਾਂਦਾ। ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਕੈਮਰਾ ਪਰਸਨ ਡਿੰਪੀ ਡੋਗਰਾ ਦੇ ਨਾਲ ਸਾਹਿਲ ਨਰੂਲਾ, ਲਿਵਿੰਗ ਇੰਡੀਆ ਨਿਊਜ਼, ਜ਼ੀਰਕਪੁਰ।